हाय प्रभदीप, हाउ आर यू? I'm good. How are you? ਬਹੁਤ ਵਧੀਆ। BSH ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਇੱਕ ਵਾਰ ਫੇਰ ਚਰਚਾ। ਨਵੀਂ ਤਾਜ਼ਾ ਖਬਰ ਆਈ ਹੈ, ਇੱਕ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੱਡੀ ਖਬਰ ਹੈ ਕਿ ਕੈਨੇਡਾ ਇਜ਼ ਕਾਲਿੰਗ ਸਟੂਡੈਂਟਸ ਟੂ ਕੈਨੇਡਾ, ਇੰਟਰਨੈਸ਼ਨਲ ਸਟੂਡੈਂਟਸ। ਇਹਦੇ ਬਾਰੇ ਦੱਸੋ, ਕੀ ਕੋਈ ਤਾਜ਼ਾ ਖਬਰ ਕੀ ਹੈ ਤੁਹਾਡੇ ਕੋਲ, ਕੀ ਜਾਣਕਾਰੀ ਇਹਦੇ ਬਾਰੇ? मैं बहुत रिसेंटली हमने अपनी रिसर्च कंप्लीट की थी रिगार्डिंग इंटरनेशनल स्टूडेंट्स ते कैनेडा हैज स्टार्टेड कॉलिंग बैक इंटरनेशनल स्टूडेंट्स ਜੀ जिन्हां दी एप्लीकेशन लगी हुई है, जिन्हां कोल वैलिड परमिट है, स्टडी परमिट है। ਜੀ देयर आर लाइक सर्टेन टॉप 4-5 necessary requirements for international students to fulfill. ਮਤਲਬ ਇਹ ਜਿਹੜੇ ਸਟੂਡੈਂਟਸ ਇੱਥੇ ਇੰਡੀਆ ਦੇ ਵਿੱਚ ਜਿਹੜੇ ਆਲਰੇਡੀ ਆਨਲਾਈਨ ਸਟੱਡੀ ਕਰ ਰਹੇ ਸੀ, ਇਹ ਉਹਨਾਂ ਵਾਸਤੇ ਵੀ ਹੈ ਨਾ ਨਾਲ ਵਿੱਚ? ਬਿਲਕੁਲ। ਕਿ ਨਵੀਆਂ ਸਿਰਫ ਨਵੀਆਂ ਜਿਹੜੀਆਂ ਫਾਈਲਸ ਲੱਗੀਆਂ ਨੇ ਉਹ ਵੀ ਕਲੀਅਰ ਕਰ ਰਿਹਾ ਕੈਨੇਡਾ? ਇਹ ਰੀਅਲੀ ਡਿਪੈਂਡ ਕਰਦਾ ਹੈ ਕੇਸ ਬਾਈ ਕੇਸ ਸਿਚੁਏਸ਼ਨ ਤੇ। ਬਟ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਆਉਣ ਦੀ ਉਡੀਕ ਦੇ ਵਿੱਚ ਵੇਟ ਲਿਸਟਡ ਸੀਗੇ ਜਾਂ ਵੇਟ ਕਰ ਰਹੇ ਸੀ, ਜਿਨ੍ਹਾਂ ਕੋਲ ਵਰਕ ਪਰਮਿਟ ਵੀ ਆਪਣਾ ਸਟੱਡੀ ਪਰਮਿਟ ਵੀ ਆ ਗਿਆ ਐਂਡ ਦੇ ਵਾਸ ਸਟਿਲ ਵੇਟਿੰਗ, ਤੇ ਉਹ ਸਟੂਡੈਂਟਸ ਹੁਣ ਆ ਸਕਦੇ ਆ। ਇੱਥੇ ਇਹਨਾਂ ਨੇ ਕ੍ਰਾਈਟੀਰੀਆ ਇਹ ਰੱਖਿਆ ਕਿ ਇਹ ਸਟੂਡੈਂਟਸ ਦੇ ਕੋਲ 14 ਡੇਜ਼ ਕੁਆਰੰਟੀਨ ਪਲਾਨ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਕੋਲ ਸਟੂਡੈਂਟਸ ਕੋਲ ਪ੍ਰੂਫ ਹੋਣੇ ਜ਼ਰੂਰੀ ਨੇ ਦੈਟ ਨੈਸੈਸਰੀ ਪ੍ਰੂਫ ਆਫ ਦੇਅਰ ਜੇ ਉਹਨਾਂ ਦਾ ਖਰਚਾ ਕਿੱਦਾਂ, ਉਹ ਮਤਲਬ ਇਨਫ ਮਨੀ ਹੋਣੀ ਚਾਹੀਦੀ ਹੈ ਉਹਨਾਂ ਦੀ ਡਾਕੂਮੈਂਟਸ ਦੇ ਵਿੱਚ ਸ਼ੋ ਕਰਨ ਲਈ। ਜਿਹੜੀ ਇਹਨਾਂ ਨੇ ਕੁਆਰੰਟਾਈਨ ਪੀਰੀਅਡ ਆਪਣਾ ਲੰਘਾਣਾ ਹੈ ਉਹਦੇ ਵਾਸਤੇ ਨਹੀਂ, ਸਿਰਫ ਉਹਨਾਂ ਦੀ ਸਟੇ ਡਿਊਰਿੰਗ ਦਿਸ ਹੋਲ ਟਾਈਮ ਆਫ ਦੇਅਰ ਸਟੇ they have to justify that they have enough money to support their ਉਹ ਤਾਂ ਫਿਰ ਉਹਨਾਂ ਦੀ GIC ਹੋਏਗੀ ਉਹ ਤਾਂ। ਬਿਲਕੁਲ। So they in this situation, because Indian students have their GIC programs already set up, ਉਹਨਾਂ ਨੂੰ ਉਹ GIC ਦਾ ਜਿਹੜਾ ਸਰਟੀਫਿਕੇਟ ਹੈ GIC program ਦਾ, they have to keep it as a document on hand to prove their living expenses, to justify that they have enough money to support their living. ਹਾਂ, ਕਿਉਂਕਿ ਕਈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਅਲੱਗ-ਅਲੱਗ ਕੰਟਰੀਜ਼ ਦੇ, ਉਹਨਾਂ ਵਿੱਚੋਂ ਕਈਆਂ ਨੂੰ GIC ਦੀ ਛੂਟ ਹੈ ਤੇ ਉਹ GIC ਜਮ੍ਹਾਂ ਨਹੀਂ ਕਰਾਉਂਦੇ। ਮਤਲਬ ਉਹਨਾਂ ਵਾਸਤੇ ਇਹ ਕੰਡੀਸ਼ਨ ਨੈਸੈਸਰੀ ਹੋ ਜਾਏਗੀ ਕਿ ਉਹ ਇਦਾਂ ਦਾ ਡਾਕੂਮੈਂਟ ਕੋਈ ਸ਼ੋਅ ਕਰਨਗੇ। ਇੰਡੀਅਨ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਤਾਂ ਸਾਰਿਆਂ ਦੀ ਆਲਮੋਸਟ GIC ਭਰੀ ਹੁੰਦੀ ਹੈ, ਇਸ ਕਰਕੇ ਉਹ ਆਪਣਾ GIC ਤੁਹਾਡੇ ਕਹਿਣ ਦੇ ਅਨੁਸਾਰ ਉਹ GIC ਦਾ ਡਾਕੂਮੈਂਟ ਆਪਣਾ ਨਾਲ ਰੱਖਣ। ਬਿਲਕੁਲ। ਮੇਰੇ ਬਹੁਤ ਸਾਰੇ ਇਹੋ ਜਿਹੇ ਫਰੈਂਡਸ ਨੇ ਜਿਹੜੇ ਡਿਫਰੈਂਟ ਕੰਟਰੀਜ਼ ਤੋਂ ਨੇ, ਬਟ ਜੇਕਰ ਆਪਾਂ ਸਿਰਫ ਇੰਡੀਆ ਦੀ ਗੱਲ ਕਰੀਏ, ਇੰਡੀਅਨ ਸਟੂਡੈਂਟਸ ਬਿਕਾਜ਼ ਉਹਨਾਂ ਦੀ GIC ਪਹਿਲੇ ਸ਼ੁਰੂ ਤੋਂ ਹੀ ਫਿਲ ਕੀਤੀ ਜਾਂਦੀ ਹੈ 1 ਸਾਲ ਦੇ ਖਰਚੇ ਲਈ। ਸੋ ਦੈਟ ਡਾਕੂਮੈਂਟ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਡਾਕੂਮੈਂਟ, ਜਿਹੜਾ ਉਹਨਾਂ ਨੂੰ ਹੈਂਡੀ ਰੱਖਣਾ ਬਹੁਤ ਜ਼ਰੂਰੀ ਹੈ। ਦੂਸਰੀ ਇੱਕ ਉਹਨਾਂ ਨੇ ਮਤਲਬ ਅਸੀਂ ਬਹੁਤ ਸ਼ੁਰੂ ਤੋਂ ਸੁਣਦੇ ਆਏ ਹਾਂ ਵੀ ਸਾਡਾ DLI ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਹੋਣਾ ਬਹੁਤ ਜ਼ਰੂਰੀ ਹੈ ਇਨ ਆਰਡਰ ਟੂ ਗੈਟ ਵਰਕ ਪਰਮਿਟ ਥਰੂ ਦੇਅਰ ਸਟੱਡੀ ਪਰਮਿਟ। ਹੁਣ COVID-19 ਦੀ ਸਿਚੁਏਸ਼ਨ ਨੂੰ ਅਗਰ ਆਪਾਂ ਇਸ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਨਾਟ ਓਨਲੀ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਬਟ ਸਾਡਾ DLI ਕਾਲਜ ਵੀ ਕੋਵਿਡ ਰੈਡੀਨੈਸ ਪਲਾਨ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਕਾਲਜ ਦੇ ਕੋਲ COVID-19 ਰੈਡੀਨੈਸ ਪਲਾਨ ਨਹੀਂ ਹੈ ਤਾਂ there is a high risk of not getting into the country because ਦੇਖੋ ਸਭ ਤੋਂ ਜ਼ਿਆਦਾ ਜ਼ਰੂਰੀ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਨੇ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਉਹਨਾਂ ਨੇ ਆਪਣੇ ਸਿਟੀਜ਼ਨਸ ਦੀ ਹੈਲਥ ਨੂੰ ਪੁਆਇੰਟ ਆਫ ਵਿਊ 'ਚ ਰੱਖ ਕੇ ਇਹ ਸਾਰੀਆਂ ਗਾਈਡਲਾਈਨਸ ਰਿਲੀਜ਼ ਕੀਤੀਆਂ। ਠੀਕ ਹੈ। ਸੋ ਦੇ ਆਰ ਵੈਰੀ ਮਚ ਇਨਟੂ ਪ੍ਰੋਪਰ ਪ੍ਰੋਸੀਜਰਸ ਐਂਡ ਜਿਹੜੇ ਉਹਨਾਂ ਦੀਆਂ ਨੈਸੈਸਰੀ ਪ੍ਰੀਕਾਸ਼ਨਸ ਨੇ ਉਹ ਸਾਰੇ ਲਿੱਤੇ ਜਾ ਰਹੇ ਨੇ। ਨਹੀਂ ਜਿਹੜਾ ਇੰਟਰਨੈਸ਼ਨਲ ਸਟੂਡੈਂਟ, ਹਾਂਜੀ ਬੋਲੋ। ਜਿਹੜਾ ਵੀ ਕੋਈ ਇੰਟਰਨੈਸ਼ਨਲ ਸਟੂਡੈਂਟ ਅਗਰ ਅੱਜ ਦੀ ਡੇਟ ਦੇ ਵਿੱਚੋਂ ਇੰਡੀਆ ਤੋਂ ਕੈਨੇਡਾ ਆ ਰਿਹਾ ਤਾਂ ਉਹਨਾਂ ਦਾ ਕਾਲਜ COVID-19 ਰੈਡੀਨੈਸ ਪਲਾਨ ਉਹਨਾਂ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਸ ਪਲਾਨ ਦੇ ਵਿੱਚ ਕਾਲਜਿਸ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਇੱਕ ਪੂਰੀ ਗਾਈਡਲਾਈਨ ਪ੍ਰੋਵਾਈਡ ਕਰਨਗੇ ਵੀ ਤੁਸੀਂ
ਇਸ ਸਿਚੁਏਸ਼ਨ ਦੇ ਦੌਰਾਨ ਤੁਸੀਂ ਕਿੱਦਾਂ ਕੁਆਰੰਟੀਨ ਕਰਨਾ ਹੈ, ਕੁਆਰੰਟੀਨ ਦੌਰਾਨ ਤੁਹਾਨੂੰ ਕਿੱਥੋਂ ਮੈਡੀਸਿਨ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਾਂ ਹੋਣਗੀਆਂ, ਜਾਂ ਤੁਸੀਂ ਕਿੱਦਾਂ ਐਕਸੈਸ ਲੈ ਸਕਦੇ ਹੋ, ਫੂਡ ਐਂਡ every important information which is very important for any international immigrant or international student who should be completely comfortable while they are in Canada as a recent international student. So by this you mean ਕਿ ਜਿਹੜੇ ਸਟੂਡੈਂਟਸ ਇੱਥੋਂ ਜਾਣਗੇ ਉਹ 14 days ਵਾਸਤੇ ਆਪਣੇ ਘਰਾਂ ਵਿੱਚ ਕੁਆਰੰਟਾਈਨ ਹੋਣਗੇ? ਉਹਨਾਂ ਕੋਲ 14 days ਕੁਆਰੰਟੀਨ ਪਲਾਨ ਹੋਣਾ ਬਹੁਤ ਜ਼ਰੂਰੀ ਹੈ। ਦੇ ਹੈਵ ਟੂ ਡਿਕਲੇਅਰ ਕਿ ਉਹਨਾਂ ਨੇ ਕਿੱਥੇ ਕੁਆਰੰਟੀਨ ਕਰਨਾ ਹੈ ਐਂਡ ਹੂ ਦੇ ਮਾਈਟ ਬੀ ਐਕਸਪੋਜ਼ ਟੂ। ਦੇ ਹੈਵ ਟੂ ਬੀ ਇਨ ਸੈਲਫ ਕੁਆਰੰਟੀਨ, ਸੈਲਫ ਆਈਸੋਲੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਬਹੁਤ ਸਾਰੀਆਂ ਇਨਫੋਰਮੇਸ਼ਨ, ਬਹੁਤ ਬਾਰੀਕੀਆਂ ਵਾਲੀਆਂ ਡਿਟੇਲਸ ਨੇ ਜਿਹੜੀਆਂ ਦੇ ਹੈਵ ਟੂ ਹੈਵ ਫੁੱਲ ਫਲੈਜ ਪਲਾਨ ਬਿਫੋਰ ਦੇ ਮੂਵ ਟੂ ਕੈਨੇਡਾ। ਸੋ ਮਤਲਬ ਤੁਸੀਂ ਅਗਰ ਕਿਸੇ ਰਿਸ਼ਤੇਦਾਰ ਦੇ ਘਰੇ ਵੀ ਆਉਂਦੇ ਹੋ, ਸੋ ਮੇਕ ਸ਼ੋਰ that who you ever coming to, make sure कि ਉਹ ਤੁਹਾਡੇ ਜਿੰਨੇ ਵੀ relatives ਨੇ they are very supporting and ready to keep you for 14 days quarantine. otherwise ਜਾਂ ਫਿਰ ਤੁਸੀਂ ਪਹਿਲਾਂ ਆਪਣੇ ਕਮਰੇ ਦਾ ਇੰਤਜ਼ਾਮ ਉੱਥੋਂ ਕਰਕੇ ਤੁਰੋ। ਬਿਲਕੁਲ ਬਿਲਕੁਲ ਇਹ ਵੀ ਤੁਹਾਨੂੰ ਮਤਲਬ ਕਾਲਜਸ ਵਾਲੇ ਆਈ ਥਿੰਕ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਗੇ। ਜਦੋਂ ਮੈਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਇੱਥੇ ਕੈਨੇਡਾ ਦੇ ਵਿੱਚ ਫਸਟ ਟਾਈਮ ਆਈ ਸੀ, ਮੇਰੇ ਕਾਲਜ ਦਾ ਸਭ ਤੋਂ ਬੈਸਟ ਐਕਸਪੀਰੀਅੰਸ ਇਹ ਰਿਹਾ ਕਿ ਵੀ ਕੋਈ ਵੀ ਕਨਫਿਊਜ਼ਨ ਹੁੰਦੀ ਹੈ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, you can always go to your international student department and that department is always there to support and help you in whatever kind of matlab koi bhi situation ch je tusi aanne ho and you have nowhere to go, you have no clue who you should be going to ask for help. International student department is always comes useful, helpful and handy. No, but you have attended the classes. Now there are only online classes na, to hun ji online classes de vich jehda international department hai it helps online also. बिल्कुल a lot of colleges like सारे colleges ਦੇ ਵਿੱਚ ਨਾ ਇੱਕ student support center ਹੁੰਦਾ ਹੈ। they may be known from by different names, other names, हर college ਦਾ ਇੱਕ ਆਪਣਾ system ਹੁੰਦਾ ਹੈ। there they have volunteers who are always there to help new coming students or students who need extra help. so ਹਰੇਕ college ਨੂੰ ਅਗਰ ਤੁਸੀਂ ਆਪਣਾ for example ਅਗਰ ਮੈਂ ਆਪਣੇ college ਦਾ example ਦਿੰਦੀ ਹਾਂ, so you can always reach them out through emails and they can always respond to you within like one day. Which is your college? Or sometimes next. Mine was George Brown College, which is in downtown Toronto. Okay. And they were like always helpful. They responded me on within like 1 day time period. And ਅੱਜ ਦੀ ਡੇਟ ਦੇ ਵਿੱਚ मतलब प्लीज ये चीज एक्सपेक्ट करके ना चलो कि कॉलेजेस विल बी एबल टू रिस्पॉन्ड यू विद इन अ डे टाइम फ्रेम बिकॉज बहुत सारे इंटरनेशनल स्टूडेंट्स आ रहे हैं, बहुत सारे इंटरनेशनल स्टूडेंट्स नू डिफरेंट कन्फ्यूजन्स एंड क्वेश्चंस होंदे ने। सो देयर मस्ट बी अ लॉट ऑफ क्यूज जिथे मतलब वेट लिस्टिंग लंबी हो सकती है। by this you mean that they should clear all their doubts and confusions before coming to Canada, right? बिल्कुल क्योंकि देखो a lot of international students might have their relatives in Canada, residing in Canada from past many years, no doubt, but बहुत सारे ਇਹੋ ਜਿਹੇ international students भी ਹੈਗੇ ਨੇ ਜਿਨ੍ਹਾਂ ਦਾ ਕੋਈ ਇੱਥੇ relative ਨਹੀਂ ਹੁੰਦਾ। they are coming solely purely on their own and they are completely independent, and in that situation if you have friends or if you have like if let's say worst case scenario ਜੇ ਤੁਹਾਨੂੰ ਕੋਈ ਵੀ ਨਹੀਂ ਪਛਾਣਦਾ, I would completely suggest to do your research and get all your questions written down, get every single answer that you need to know. A lot of international students, when they come to Canada, they don't come with sufficient funds in their hand. Even though $2,000 ਉਹਨਾਂ ਨੂੰ first GIC ਮਿਲਦੀ ਹੈ, if they can have like a bit of more savings on hand, this is very useful because sometimes a lot of international students end up having more higher rents because of pandemic. It's a high demand of finding an accommodation and it is least likely very मतलब बहुत औखा हो जाता है international students ਨੂੰ
accommodation लेना, क्योंकि one pandemic situation and nobody wants an unknown person to come reside in the same house. बिल्कुल ठीक है, हाँ जी. And another thing is even they end up finding one. The rents are high. Demand of housing these days is very high, and so is the rent is going up. Please keep in mind that their first initial expense is completely going to be high. On an average, just to see independent room labde ho, a decent nice room, basic room is like from $600 to $650. It also depends on where you want to live. Like, if you are living close to your college, expect your rent to be $700 to $800 for an independent room in a shared accommodation. That means that you have your own privacy in your independent room, but you're sharing common spaces like kitchen, common hallway, or the living room and the entrance. But if you are sharing the room, then it will be half of it, still right? You can consider. Then you can still consider around $350 to $400 on a sharing bedroom. I was paying $600, and honestly, if you are new and you don't know how the housing works, please do your homework. At least to see research करके ये चलो कि मैं Brampton $600 in a shared bedroom देते हैं, which was a rip off. So a lot of ਜਿਹੜੇ owners ਨੇ ਜਿਹੜੇ rent ਤੇ property ਆਪਣਾ bedrooms ਦਿੰਦੇ ਨੇ, ਅਗਰ ਉਹ ਉਹਨਾਂ ਨੂੰ ਲੱਗਦਾ ਹੈ ਕਿ ਵੀ ਹਾਂ ਵੀ ਇੰਟਰਨੈਸ਼ਨਲ ਸਟੂਡੈਂਟ ਹੈ, ਨਵਾਂ ਆਇਆ ਹੈ, ਇਹਨਾਂ ਨੂੰ ਕੁਝ ਨਹੀਂ ਪਤਾ, so that is a red flag, because that's when you're gonna get ripped off by paying more rent for not, it's not worth paying that much. So please do your research on your housing before you're moving to Canada as an international student, because you have your own time right now if you're doing your research. So Gigi एक website है where you can go online and check कि ਸਾਡੇ college ਦੇ ਨੇੜੇ ਜਾਂ ਸਾਡੇ comfort ਦੇ, based on your comfort and your travel distance, ਜੇ ਤੁਸੀਂ ਥੋੜਾ ਦੂਰ ਵੀ ਲੈਣੇ ਹੋ, then the further you go, the better the price of your rent will be. But ਉਹਦੇ ਵਾਸਤੇ ਫਿਰ ਤੁਹਾਨੂੰ well connected ਹੋਣਾ ਚਾਹੀਦਾ ਨਾ, either with buses or with train. बिल्कुल. Make sure that you are close to a TTC. TTC ਇੱਥੇ ਸਭ ਤੋਂ most reliable source of transportation है ਅੱਜ ਦੀ date ਦੇ ਵਿੱਚ ਵੀ, even during pandemic. So it may take like another 15 extra minutes based on the frequency of the buses. But TTC is most reliable. Like मैं अपने college ਤੋਂ 1 ਘੰਟਾ ਦੂਰ ਰਹਿੰਦੀ ਸੀ, and as a student, as an international student, if you're traveling by train or by subway or by bus, ਇੱਥੇ not only international students, ਇੱਥੇ a lot of localites, like ਜਿਹੜੇ local Toronto people है, even they travel and they rely upon TTC. Nobody drives in downtown because like it's like you don't want to go in a busy traffic area and drive and get, and like it's I used to see accident. I don't want to say this, but I used to see accident almost every second day in downtown. It was that bad, and the streets were narrow. So my point here is that transit is very reliable. So make sure that you are within walking distance to a TTC bus stop or subway, so that every morning, even during the winters, you don't have to walk too far to reach any easy local transit. ठीक. So बहुत सारियां छोटियां डिटेल्स ने ਜਿਹੜੀਆਂ as an international students ਸਾਨੂੰ ਰਿਸਰਚ ਕਰਕੇ ਆਣਾ ਚਾਹੀਦਾ, because ਤੁਸੀਂ ਜਦੋਂ mentally prepare ਹੁੰਦੇ ਹੋ ਤਾਂ at least you even though there's worst case scenarios, but you already have prepared yourself for that worst situation, so at least ਤੁਸੀਂ panic नहीं करते. You have other ways coming in, and please get a good phone with good battery life, or if not, then get a power bank, because if you are coming new, you will be using your GPS a lot. And having said that, I had a situation where my phone died and I was very new in Canada and I had no one to ask because my phone was dead. In that situation, you don't want even have to fall in that situation. So do carry extra battery backups for your first
you during days, like so that you are not lost and you have your GPS working all the time. बिल्कुल। और ਇੱਥੇ ਮਤਲਬ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਜੇ ਤੁਸੀਂ ਨਵੇਂ ਆ ਰਹੇ ਹੋ ਮੇਕ ਸ਼ੋਰ ਦੈਟ ਯੂ ਆਰ ਨਾਟ ਫਾਲੋਇੰਗ ਇਨਟੂ ਐਨੀ ਸਕੈਮ ਕਿਉਂਕਿ ਇੱਥੇ ਬਹੁਤ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ credit cards offer karte hain for free for no cost, and then by the time you realize you fall into that scam and then you start losing money instead of saving money. So as an international student kyunki ਇਹ ਸਾਰੀਆਂ ਚੀਜ਼ਾਂ ਮੈਂ ਜਾਂ ਮੇਰੇ friends ਨੇ ਮੇਰੇ ਬਹੁਤ close friends ਨੇ face ਕੀਤੀਆਂ, and it is very easy for international students to fall into such scams kyunki ਇੱਕ ਤਾਂ ਬਿਲਕੁਲ fresh mind ਹੁੰਦਾ ਹੈ, ਬਿਲਕੁਲ ਨਵੇਂ ਆਏ ਆ, ਨਵਾਂ experience ਹੁੰਦਾ ਹੈ, ਅਲੱਗ country ਹੈ, away far away from family, or no one to talk, or you know we ਘਰੇ ਆਪਾਂ ਹੁੰਦੇ ਆ ਆਪਾਂ ਆਪਣੇ friends ਨਾਲ ਗੱਲਾਂ ਕਰ ਲੈਂਦੇ ਆ ਆਪਣਾ ਮਤਲਬ ਕੋਈ ਵੀ ਗੱਲ ਹੁੰਦੀ ਹੈ we have someone to talk to. ਇੱਥੇ ਤੁਸੀਂ ਆਉਂਦੇ ਹੋ you are on your own. So there are like so many things that you have to be prepared before you even move here, and from my experience I would suggest everyone to start doing your research. I did mine. I remember I used to spend like 3 to 4 hours every day to get everything written down in points so that when I'm in Canada, I have no such thing to panic. So you have to be really calm. You have to be very proactive with the decision making, because no one's going to make decisions for you. You're going to make your own decisions. You have to be completely independent. So be prepared for every worst case scenarios, because no one's going to be here to support you but yourself. I also wanted to add in this conversation is that if you want to know any legal information, anything, recent updates, you can always go to the government website, which is cic.ca. Okay. It's international students to related or immigration to related, like any information that the government of Canada releases, it gets on this website, and every single information on this website is true by all means. So it's like authentic है ना, वो authenticity उस तरह की हो सकती है क्योंकि गवर्नमेंट की वेबसाइट है. Exactly. So you can never doubt that anything which is present on that website, because it's provided by the government. So you can always keep yourself updated with what's happening or what is coming up right now, what's happening right now, everything on that. Koi recent updates are there regarding any immigration process and anything. It is always posted on that website. बिल्कुल ठीक. Okay, thank you very much, Pradeep. You're welcome. Thank you so much. ਤੇ ਸਾਡੇ ਦਰਸ਼ਕਾਂ ਵਾਸਤੇ BSH ਨਿਊਜ਼ ਪੁਆਇੰਟ ਦੇ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਸੁਣ ਰਹੇ ਨੇ, ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਇਹ ਗੱਲ ਜ਼ਰੂਰ ਨੋਟ ਕਰ ਲੈਣ. ਪ੍ਰਭਦੀਪ ਇਜ਼ ਆਲਸੋ ਐਨ ਇੰਟਰਨੈਸ਼ਨਲ ਸਟੂਡੈਂਟ ਓਵਰ ਦੇਅਰ, ਤੇ ਉਹ ਜੋ ਉਹਦੇ ਵੱਲੋਂ ਦੱਸਿਆ ਜਾ ਰਿਹਾ ਉਹ ਇਹੀ ਹੈ ਕਿ ਪਹਿਲਾਂ ਆਪਣੇ ਸਾਰੇ ਕਨਫਿਊਜ਼ਨਸ ਤੇ ਡਾਊਟਸ ਤੁਸੀਂ ਇੱਥੋਂ ਹੀ ਕਲੀਅਰ ਕਰੋ. ਨੋ ਡਾਊਟ ਕੈਨੇਡਾ ਇਜ਼ ਕਾਲਿੰਗ ਯੂ, ਐਂਡ ਇਹ ਬੜੀ ਵੱਡੀ ਖੁਸ਼ਖਬਰੀ ਹੈ ਕਿ ਇੱਥੋਂ ਦੇ ਇੰਟਰਨੈਸ਼ਨਲ ਸਟੂਡੈਂਟਸ ਹੁਣ ਕੈਨੇਡਾ ਜਾ ਸਕਦੇ ਨੇ. ਬਟ ਬੀ ਪ੍ਰੀਪੇਅਰਡ ਫॉर दैट ਬਿਫੋਰ ਹੈਂਡ ਯੂ ਆਰ ਗੋਇੰਗ ਟੂ ਕੈਨੇਡਾ. ਇਹ ਪ੍ਰਭਦੀਪ ਦਾ ਕਹਿਣਾ ਹੈ, ਕਿਉਂਕਿ ਉੱਥੇ ਜਾ ਕੇ ਤੁਹਾਨੂੰ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਧੰਨਵਾਦ ਸਾਰਿਆਂ ਦਾ.